सारे जग ਵਿੱਚ ਵਸਣ ਵਾਲੇ ਪੰਜਾਬੀ ਪਿਆਰਿਆਂ ਦੀ ਸੇਵਾ ਵਿੱਚ ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਮਿੱਤਰ, ਤੁਹਾਡਾ ਵੀਰ, ਤੁਹਾਡਾ ਭਰਾ ਤੇ ਮਾਂ ਬੋਲੀ ਦਾ ਨਿੱਕਾ ਜਿਹਾ ਸੇਵਕ ਡਾਕਟਰ ਐਮ ਐਚ ਬਾਬਰ ਹਾਜ਼ਰ ਹੈ ਜਨਾਬ ਇਲਿਆਸ ਘੁੰਮਣ ਹੋਰਾਂ ਦੀ ਜਗ ਧੁੰਮੀ ਕਿਤਾਬ ਵੰਡ ਦੀ ਕਿਸ ਨੰਬਰ 140 ਦੇ ਨਾਲ। ਅੱਜ ਇਹਦੇ ਸ਼ਾਮਲ ਹੈ ਜੀ ਕਹਾਣੀ ਨੰਬਰ 93 ਦਾ ਦੂਜਾ ਹਿੱਸਾ ਤੇ ਕਹਾਣੀ ਹੈ ਜੀਵਨਦੀਪ। ਇਹਦੇ ਲਿਖਿਆਰ ਨੇ DM ਸਿੰਘ। ਤੇ ਆਓ ਫਿਰ ਕਹਾਣੀ ਸ਼ੁਰੂ ਕਰਨੇ ਹਾਂ। ਕੋਈ 1.5 ਘੰਟੇ ਬਾਅਦ ਜਦੋਂ ਅਸੀਂ ਆਪਣੇ ਪਿੰਡ ਪੁੱਜੇ, ਸੂਰਜ ਦੀ ਟਿੱਕੀ ਅਸਤ ਹੋ ਚੁੱਕੀ ਸੀ। ਸ਼ਾਇਦ ਕਾਫੀ ਦੇਰ ਤੋਂ ਸੁਨਸਾਨ ਸੀ ਤੇ ਦਿਨ ਹਨੇਰੇ ਦੀ ਬੁੱਕਲ 'ਚ ਨਜ਼ਰ ਨਹੀਂ ਸੀ ਆ ਰਿਹਾ। ਮੇਰਾ ਮਨ ਬਹੁਤ ਘਬਰਾ ਰਿਹਾ ਸੀ। ਆਪਣੇ ਘਰ ਦੇ ਅੱਗੇ ਜਾ ਕੇ ਜੀਪ ਰੋਕੀ ਤਾਂ ਮਨ ਡਰ ਗਿਆ। ਘਰ ਨਹੀਂ ਸੀ ਰਿਹਾ। ਅੱਗ ਲਾ ਕੇ ਸਾੜਿਆ ਜਾ ਚੁੱਕਾ ਸੀ। ਧੂੰਆਂ ਅਜੇ ਵੀ ਨਿਕਲ ਰਿਹਾ ਸੀ। ਮੈਂ ਭੁੱਬ ਮਾਰ ਕੇ ਮੇਜਰ ਆਨੰਦ ਨੂੰ ਜੱਫੀ ਪਾ ਲਈ। ਅੰਕਲ, ਅਸੀਂ ਲੁੱਟੇ ਗਏ। ਉਹਨਾਂ ਮੈਨੂੰ ਢਾਰਸ ਦਿੱਤੀ। ਮਨੀਸ਼ ਬੇਟੇ, ਮੌਕਾ ਸੰਭਾਲੀਏ ਤੇ ਆਹ ਪਤਾ ਕਰੀਏ ਘਰ ਦੇ ਜੀ ਕਿੱਥੇ ਨੇ। ਉਹਨਾਂ ਕਿਹਾ ਜਵਾਨ ਅੰਦਰ ਗਏ ਤੇ ਬਾਹਰ ਆ ਕੇ ਉਹਨਾਂ ਦੱਸਿਆ ਕਿ ਕੁਝ ਵੀ ਕਿਤੇ ਵੀ ਬਚਿਆ ਨਹੀਂ। ਪੂਰਾ ਘਰ ਤੇ ਸਮਾਨ ਸੜ ਚੁੱਕਿਆ ਹੈ ਤੇ ਇੱਕ ਬਜ਼ੁਰਗ ਔਰਤ ਦੀ ਲਾਸ਼ ਪਈ ਹੈ। ਅੰਦਰ ਜਾ ਕੇ ਮਾਂ ਦੀ ਜਲੀ ਹੋਈ ਮਰਤਕ ਦੇਹ ਤੱਕ ਸਹਿਮ ਗਿਆ। ਪਰ ਭੁੱਬਾ ਮਾਰ ਕੇ ਰੋਇਆ। ਪਰ ਬੇਬਸੀ ਸੀ ਤੇ ਘੋਰ ਚਿੰਤਾ ਪਿਤਾ ਜੀ ਤੇ ਜਾਨਕੀ ਦੀ। ਸਮਾਂ ਦੌੜ ਰਿਹਾ ਸੀ। ਹਾਏ ਰੱਬਾ, ਇਹ ਕੀ ਹੋ ਰਿਹਾ ਹੈ। ਇੱਕ ਜਵਾਨ ਨੇ ਉੱਥੇ ਛੋੜ ਕੇ ਮੇਜਰ ਸਾਹਿਬ ਨਾਲ ਲਾਗੇ ਹੋ ਪੁਲਿਸ ਚੌਂਕੀ 'ਚ ਬਾਕੀਆਂ ਦਾ ਪਤਾ ਕਰਨ ਲੱਗੇ। ਮੇਜਰ ਸਾਹਿਬ ਦੇ ਨਾਲ ਹੋਣ ਕਰਕੇ ਇਹਨਾਂ ਕੁਝ ਹੀ ਸੰਭਵ ਸੀ, ਨਹੀਂ ਤਾਂ ਹਾਏ ਰੱਬਾ, ਇਹ ਦਿਨ ਵੇਖਣਾ ਸੀ। ਚੌਂਕੀ 'ਚ ਇੱਕ ਹਵਾਲਦਾਰ ਨੇ ਮੇਜਰ ਸਾਹਿਬ ਨੂੰ ਦੱਸਿਆ ਕਿ ਫੌਜੀ ਮਾਲਕ ਰਾਮ ਬਹਿਲ ਨੇ ਪਿਛਲੇ 2 ਦਿਨਾਂ 'ਚ ਬੇਮਿਸਾਲ ਦਲੇਰੀ ਦਿਖਾ ਕੇ ਮੁਸਲਮਾਨਾਂ ਦੇ ਜਲੂਸ ਦਾ ਮੁਕਾਬਲਾ ਕੀਤਾ ਤੇ ਕਈ ਘਰਾਂ 'ਚੋਂ ਹਿੰਦੂ ਪਰਿਵਾਰਾਂ ਨੂੰ ਮਿਸਾਲਾਂ ਦੇ ਕਾਫਲਿਆਂ ਤੋਂ ਬਚਾਇਆ। ਆਪਣੀ ਦੁਨਾਲੀ ਨਾਲ ਉਸਨੇ 3-4 ਬੰਦੇ ਮਾਰੇ ਵੀ ਤੇ 2 ਵਾਰੀ ਜਲੂਸ ਪਛੜ ਗਿਆ। ਅੱਜ ਤੜਕੇ ਹੀ ਕਿਸੇ ਉਸ ਨੂੰ ਖਬਰ ਦਿੱਤੀ ਕਿ ਪਿੰਡ ਦੀ ਬਾਹਰਲੀ ਬਾਹੀ ਤੇ ਜਿਹੜੇ 10-15 ਘਰ ਹਿੰਦੂਆਂ ਦੇ ਨੇ ਉਹਨਾਂ ਨੂੰ ਲੁੱਟਣ ਆ ਗਿਆ। ਉਹ ਦੁਨਾਲੀ ਭਰ ਕੇ ਤੁਰ ਪਿਆ ਤੇ ਉੱਥੇ ਫਾਇਰ ਕੀਤੇ ਤੇ ਇੱਕ ਬੰਦਾ ਮਾਰ ਦਿੱਤਾ। ਜਲੂਸ ਕੁਝ ਪਛੜਿਆ ਪਰ ਇਕੱਠੇ ਹੋ ਕੇ ਫਿਰ ਮੁੜਿਆ। ਕਿਸੇ ਨੂੰ ਪਤਾ ਚੱਲ ਗਿਆ ਕਿ ਫੌਜੀ ਕੋਲ ਰੌਂਦ ਖਤਮ ਹੋ ਗਏ ਤੇ ਹੁਣ ਐਵੇਂ ਡਰਾਉਂਦਾ ਪਿਆ। ਕਿਸੇ ਪਿੱਛੋਂ ਆ ਉਹਨੂੰ ਛੁਰਾ ਖਬੋਇਆ ਤੇ ਲਟਾ ਦਿੱਤਾ ਤੇ ਸਾਰੇ ਘਰਾਂ 'ਚੋਂ ਲੋਕਾਂ ਨੂੰ ਜ਼ਿੰਦਾ ਜਲਾ ਦਿੱਤਾ। ਫੌਜੀ ਲਾਗਲੀ ਡਿਸਪੈਂਸਰੀ ਲਿਜਾਇਆ ਗਿਆ। ਪਤਾ ਨਹੀਂ ਉਸ ਦਾ ਕੀ ਹਾਲ ਹੈ। ਹੁਣ ਫੌਜੀ ਦਾ ਘਰ ਹੀ ਮਿਸਾਲੀ ਕਾਫਲੇ ਦਾ ਪ੍ਰਥਮ ਨਿਸ਼ਾਨ ਸੀ, ਕਿਉਂਕਿ ਸਭ ਨੂੰ ਉਸ ਦੀ ਬਹਾਦਰੀ ਕਰਕੇ ਉਸ ਨਾਲ ਖਾਰ ਸੀ। ਸੋ ਉਸ ਦੇ ਘਰ ਨੂੰ ਸਾੜ ਸਵਾਹ ਕਰ ਦਿੱਤਾ। ਬਾਕੀ ਦੇ ਜੀਆਂ ਦਾ ਪਤਾ ਨਹੀਂ। ਮੈਨੂੰ ਸਹਿਮ ਆ ਚੁੱਕਾ ਸੀ। 2 ਪਿੰਡ ਛੱਡ ਕੇ ਡਿਸਪੈਂਸਰੀ ਪੁੱਜੇ ਤੇ ਪਿਤਾ ਜੀ ਦੀ ਲਾਸ਼ ਹੀ ਮਿਲੀ, ਉਹ ਵੀ ਮੇਜਰ ਆਨੰਦ ਦੇ ਦਬਾਅ ਪਾਉਣ ਤੇ। ਵਰਨਾ 10 ਲਾਸ਼ਾਂ 'ਚੋਂ ਇੱਕ ਕੱਢ ਕੇ ਦੇਣ ਲਈ ਕੋਈ ਵੀ ਤਿਆਰ ਨਹੀਂ ਸੀ। ਅਜੇ ਤੱਕ ਜਾਨਕੀ ਦਾ ਕੋਈ ਖੁਰਾ ਖੋਜ ਨਹੀਂ ਸੀ ਪਤਾ ਲੱਗ ਰਿਹਾ। ਪਿੰਡ ਦੇ ਖੂਹ ਵਿੱਚ ਵੀ 2-3 ਜਵਾਨ ਕੁੜੀਆਂ ਨੇ ਇੱਜ਼ਤ ਬਚਾਉਣ ਲਈ ਛਾਲਾਂ ਮਾਰ ਦਿੱਤੀਆਂ ਸਨ, ਪਰ ਕੋਈ ਵੀ ਕੁਝ ਦੱਸਣ ਵਾਲਾ ਨਹੀਂ ਸੀ। ਅਗਲੇ ਦਿਨ ਫੌਜ ਦੀ ਸਹਾਇਤਾ ਨਾਲ ਪਿਤਾ ਜੀ ਸਾਬਕਾ ਫੌਜੀ ਹੋਣ ਕਰਕੇ ਤੇ ਮੇਜਰ ਸਾਹਿਬ ਦੀ ਅਨਾਇਤ ਕਰਕੇ ਫੌਜੀ ਨਿਗਰਾਨੀ ਜਲਦੀ ਪਿਤਾ ਜੀ ਅਤੇ ਮਾਂ ਦਾ ਅੰਤਮ ਸੰਸਕਾਰ ਕੀਤਾ ਤੇ ਫਿਰ ਦੌੜ ਲਾਈ ਰੱਖੀ ਜਾਨਕੀ ਨੂੰ ਢੂੰਡਣ ਲਈ। ਆਪਣੀ ਜਾਨ ਤੇ ਖੇਡ ਕੇ ਵੀ ਪੂਰੀ ਵਾਹ ਲਾਈ। ਮੈਂ ਜਾਨਕੀ ਨੂੰ ਢੂੰਡ ਕੇ ਟੁੱਟ ਗਿਆ। ਉਹ ਨਹੀਂ ਲੱਭੀ। ਮੈਂ ਸੋਚਿਆ ਮੇਰੀ ਦੇਵੀ ਭੈਣ ਸ਼ਾਇਦ ਸੱਚ ਹੀ ਕਹਿੰਦੀ ਸੀ। ਉਹ ਮਾਂ ਬਗੈਰ ਨਹੀਂ ਰਹਿ ਸਕਦੀ ਤੇ ਮਾਂ ਨਾਲ ਹੀ ਚਲੀ ਗਈ ਹੈ, ਮੈਨੂੰ ਇਕੱਲਾ ਛੱਡ ਕੇ। ਮੇਰਾ ਸਰਬੰਸ ਲੁੱਟ ਕੇ ਪਾਕਿਸਤਾਨ ਬਣ ਗਿਆ। ਸਦਕਾਗ੍ਰਸਤ ਖਾਲੀ ਕਾਇਆ ਦਾ ਇਸ ਰੂਪ ਰੁੜਦਾ ਖੁੜਦਾ ਦਿੱਲੀ ਪਹੁੰਚ ਗਿਆ। ਵਿਦਿਆ ਧਨ ਪ੍ਰਭੂ ਕਿਰਪਾ ਦੁਆਰਾ ਮਾਤਾ ਪਿਤਾ ਦਾ ਦਿਵਾਇਆ ਨਾ ਖੋਇਆ ਜਾਣ ਵਾਲਾ ਧਨ ਸੀ, ਉਹ ਨਾਲ ਆ ਗਿਆ। ਉਸੇ ਸਿਰ ਤੇ ਅੱਜ ਹਾਂ ਜੋ ਵੀ ਮੈਂ ਹਾਂ। ਮਨ ਸਾਥ ਸਟੱਡੀ ਵੱਲ ਲੱਗ ਗਿਆ ਤੇ ਨਾਲ ਹੀ ਐਂਥਰੋਪੋਲੋਜੀਕਲ ਸਟੱਡੀ ਵੱਲ। ਇੱਥੇ ਆ ਕੇ ਵੀ ਮੈਂ ਕੁਝ ਚਿਰ ਸਟੱਡੀ ਲੀਵ ਲੈ ਕੇ ਐਂਥਰੋਪੋਲੋਜੀ ਵਿੱਚ ਡਾਕਟਰੇਟ ਦੀ ਡਿਗਰੀ ਲਈ। ਸਭ ਕੁਝ ਲੁੱਟ ਜਾਣ ਤੇ ਮਨ ਭੇਦਿਆ ਗਿਆ ਸੀ। ਘੋਰ ਸੰਤਾਪ ਨਾਲ ਘਿਰਿਆ ਇੰਜ ਲੱਗਦਾ ਸੀ ਮੈਥੋਂ ਗਹਿਰਾ ਐਂਥਰੀਓ ਜ਼ਖਮ ਕਿਸੇ ਹੋਰ ਦਾ ਨਹੀਂ ਹੋਣਾ।
ਲੇਖਣੀ ਵੱਲ ਲੱਗ ਪਿਆ। ਮਾਨੋ ਵਿਗਿਆਨ ਅਤੇ ਇਨਸਾਨੀ ਕਦਰਾਂ ਕੀਮਤਾਂ, ਜਿਨ੍ਹਾਂ ਉੱਤੇ ਧਰਮ, ਮਜ਼ਹਬ, ਫਿਰਕਾ ਪ੍ਰਸਤੀ ਦੇ ਨਾਂ 'ਤੇ ਖੁੱਲ੍ਹੇਆਮ ਹਮਲਾ, ਮੈਂ ਆਪਣੇ ਸਾਰੇ ਪਰਿਵਾਰ ਅਤੇ ਘਰ ਦੇ ਖਾਤਮੇ 'ਚ ਅਤੇ ਹੋਰ ਵੀ ਅਜਿਹੀਆਂ ਹਜ਼ਾਰਾਂ ਦੁਰਘਟਨਾਵਾਂ 'ਚ ਆਪਣੀਆਂ ਅੱਖਾਂ ਨਾਲ ਤੱਕੀਆਂ ਸਨ। ਸੰਬੰਧੀ ਬੜੇ ਲੇਖ ਲਿਖੇ। ਹੋਣੀ ਭਾਵੇਂ ਅਨਹੋਣੀ ਸੀ, ਪਰ ਵਿਦਿਆ ਗਿਆਨ ਨਾਲ ਦਿਮਾਗ ਵਿੱਚ ਆਈ। ਸਿੱਖਮਤਾ ਨੇ ਇਹ ਸਮਝਾਇਆ ਕਿ ਇਹ ਰੱਬ ਦਾ ਭਾਣਾ ਹੈ ਅਤੇ ਇਸ ਨੂੰ ਜੀ ਕਰਕੇ ਮੰਨਣਾ ਅਤੇ ਉਸ ਨਾਲ ਜੁੜਨਾ ਹੀ ਠੀਕ ਸੇਧ ਹੈ। ਕੰਮ ਨੂੰ ਕਰਤਾ ਦੇਣ ਦੀ ਪੂਜਾ ਮੰਨ ਲੇਖਣੀ ਨੂੰ ਆਪਣੇ ਹਰ ਖਾਲੀ ਪਲ ਦਾ ਸਾਥੀ ਬਣਾ ਲਿਆ। ਜੀਵਨ ਕੇਵਲ ਸੁਖੇਲ ਹੀ ਨਹੀਂ ਸੀ ਹੋਇਆ। ਮੇਰੇ ਇਸੇ ਕਰਮਸ਼ੀਲਤਾ ਕਰਕੇ ਰੱਬ ਬੋੜਿਆ, ਜਿਵੇਂ ਮੈਂ ਤੁਹਾਨੂੰ ਅੱਗੇ ਦੱਸਣ ਲੱਗਾ। ਮੇਰੇ ਪਾਠਕਾਂ ਨੇ ਢੇਰ ਪ੍ਰਸ਼ੰਸਾ ਮੇਰੀ ਝੋਲੀ ਪਾਈ। ਮੇਰੇ ਕੁਝ ਲੇਖ UNO ਦੀ ਇੱਕ ਸ਼ਾਖਾ ਨੇ ਕਈ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਕਈ ਮੁਲਕਾਂ ਵਿੱਚ ਪ੍ਰਕਾਸ਼ਿਤ ਕੀਤੇ। ਅੱਜ ਤੋਂ ਕੋਈ 2 ਵਰ੍ਹੇ ਪਹਿਲਾਂ ਮੈਂ ਇੱਕ ਲੇਖ ਜੀਵਨ ਦੀਪ ਦੇ ਸਰਲੇਖ ਹੇਠ ਲਿਖਿਆ, ਜਿਸ ਵਿੱਚ ਜੀਵਨ ਦੀ ਰੂਪ ਰੇਖਾ ਦੱਸੀ ਕਿ ਜੀਵਨ ਇੱਕ ਦੀਪ ਦੀ ਭਾਂਤੀ ਰੋਸ਼ਨੀ ਬਣ ਕੇ ਨਿਖਰਨਾ ਚਾਹੁੰਦਾ ਹੈ। 2 ਸਿਰਿਆਂ ਨੂੰ ਰੋਸ਼ਨ ਕਰਨ ਲਈ, ਸਹਾਇਕ ਹੋਣ ਲਈ ਜੀਵਨ ਜੀਣਾ ਉਸੇ ਜੀਵਨ ਨੂੰ ਕਿਹਾ ਜਾ ਸਕਦਾ ਹੈ ਜਿਹੜਾ ਸੋਏ ਤੋਂ ਉੱਪਰ ਉੱਠ ਕੇ ਕੁਝ ਦੂਜਿਆਂ ਲਈ ਬਿਨਾਂ ਕਿਸੇ ਵਾਪਸੀ ਦੇ ਫਾਇਦੇ, ਸੇਵਾ, ਫਲ ਦੀ ਸੋਚ ਤੋਂ ਬਗੈਰ ਕੁਝ ਕਰਦਾ ਹੋਵੇ। ਅਜਿਹਾ ਜਿਤਨਾ ਕੋਈ ਕੁਝ ਕਰੇ ਉਨਾ ਹੀ ਜੀਵਨ ਜੀਵਿਆ ਹੈ। ਬਾਕੀ ਤਾਂ ਸਿਰਫ ਇੱਕ ਨਿਰਜੀਵ ਕੂੜੇਦਾਨ ਵਾਲੀ ਹੋਂਦ ਤੇ ਤੁੱਲ ਹੈ। ਇੱਕ ਸੁੱਚੀ ਯਾਦ ਵੀ ਜੀਵਨ ਨੂੰ ਜੀਵਾਂਦੀ ਹੈ, ਕਿਉਂਕਿ ਉਹ ਬਗੈਰ ਕਿਸੇ ਸੰਸਾਰਕ ਮਨੋਰਥ ਤੋਂ ਹੁੰਦੀ ਹੈ। ਜੀਵਨ ਨੂੰ ਇਸ ਮਕਸਦ ਨੂੰ ਨਾਲ ਜੀਵਿਆ ਜਾਵੇ ਤਾਂ ਜੀਵਨ ਦੀ ਇੰਜ ਰੁਸ਼ਨਾਏਗਾ ਜਿਨ ਸੰਖਿਆ ਦਾ ਭਾਰ ਧਰਤੀ ਮਾਂ ਨੂੰ ਮਹਿਸੂਸ ਨਹੀਂ ਹੋਵੇਗਾ। ਇੱਕ ਮੁਲਕ ਵਿੱਚ ਪ੍ਰਾਂਤਾਂ ਦੀਆਂ ਦੀਵਾਰਾਂ ਤਾਂ ਕੀ, ਮੁਲਕਾਂ 'ਚ ਆਪਸੀ ਦੀਵਾਰਾਂ ਖਤਮ ਹੋਣ ਦੇ ਆਸਾਰ ਨਜ਼ਰ ਆਉਣ ਲੱਗ ਪਏਗਾ, ਜਿੱਥੇ ਅਸੰਖ ਜੀਵਨ ਦੀਪ ਜਨੂਨੀ ਖੇਤਰੀ ਦੇਨਤਾਂ ਦੀਆਂ ਕਲਮਾਂ ਦੇ ਅੰਧਿਆਰ ਨੂੰ ਧੋ ਕੇ ਬਾਹਰ ਕੱਢ ਦੇਣਗੇ। ਸਾਰਾ ਸੰਸਾਰ, ਇੱਕ ਪਿੰਡ ਅਤੇ ਸਾਰੇ ਜਗਤ ਵਾਸੀ ਇੱਕ ਦੂਜੇ ਨੂੰ ਪਿਆਰੇ ਹੋਣਗੇ। ਇਹ ਲੇਖ UNO ਵੱਲੋਂ ਪ੍ਰਵਾਨ 'ਤੇ ਪ੍ਰਕਾਸ਼ਿਤ ਹੋਇਆ ਅਤੇ ਵੱਖ-ਵੱਖ ਮੁਲਕਾਂ ਦੀਆਂ ਭਾਸ਼ਾਵਾਂ 'ਚ ਅੰਤਰਰਾਸ਼ਟਰੀ ਸਦਭਾਵਨਾ ਹੱਥ ਪ੍ਰਕਾਸ਼ਿਤ ਇੱਕ ਵੱਡੇ ਕਿਤਾਬਚੇ ਦਾ ਹਿੱਸਾ ਬਣਿਆ। ਅਤੇ ਇਹ ਲੇਖ ਹੀ ਇੱਕ ਦਿਨ ਰਾਵਲਪਿੰਡੀ 'ਚ ਇੱਕ ਵੱਡੇ ਘਰਾਣੇ ਦੀ ਬੇਗਮ ਨਾਜ਼ੀਆ ਬਾਨੋ ਨੇ ਅੱਜ ਤੋਂ ਕੋਈ 1.5 ਮਹੀਨਾ ਪਹਿਲਾਂ ਪੜ੍ਹਿਆ। ਉਹ ਕਈ ਸੁਲੱਖਣੀ ਘੜੀ ਹੋਣੀ ਹੈ। ਅੱਜ ਤੋਂ ਠੀਕ 32 ਦਿਨ ਪਹਿਲੋਂ ਮੈਨੂੰ ਇੱਕ ਰਜਿਸਟਰਡ ਪੱਤਰ ਯੂਨੀਵਰਸਿਟੀ ਦੇ ਪਤੇ 'ਤੇ ਮਿਲਿਆ। ਮੈਂ ਲਿਫਾਫਾ ਖੋਲ੍ਹਿਆ। ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲੀ ਜਾ ਰਹੀ ਸੀ। ਮੈਂ ਵਿਸਮਾਦ ਦੀ ਚਾਨਣੀ 'ਚ ਡੁੱਬ ਰਿਹਾ ਸਾਂ। ਜਾਂ ਪੌਣ ਕਬੂਤਰੀ ਜੰਨਤ ਤੋਂ ਖੇੜੇ ਖੁਸ਼ਬੂਆਂ ਦੇ ਅੰਬਾਰ ਲਿਆਈ ਸੀ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਖੱਤ ਬੜਾ ਲੰਮਾ ਸੀ। ਇਹ ਪੱਤਰ ਕਿਸ ਦਾ ਸੀ? ਪ੍ਰੋਫੈਸਰ ਬੇਲ ਦੀ ਭਾਵੁਕਤਾ ਨੂੰ ਬਹੁਤ ਵੱਧਦਿਆਂ ਹੋਇਆਂ ਮੈਂ ਪੁੱਛਿਆ। ਇਹ ਖੱਤ ਮੇਰੀ ਭੈਣ ਜਾਨਕੀ ਦਾ ਸੀ। ਪ੍ਰੋਫੈਸਰ ਬੇਲ ਨੇ ਉੱਤਰ ਦਿੱਤਾ। ਜਾਨਕੀ, ਮੈਂ ਆਖਿਆ। ਹਾਂ, ਅੱਜ ਦੀ ਬੇਗਮ ਨਾਜ਼ੀਆ ਬਾਨੋ ਮੇਰੀ ਭੈਣ ਜਾਨਕੀ ਹੀ ਸੀ। ਪ੍ਰੋਫੈਸਰ ਸਾਹਿਬ ਦੱਸਦੇ ਚਲੇ ਗਏ। ਜਾਨਕੀ ਨੇ ਲਿਖਿਆ ਕਿ ਰੌਲਿਆਂ ਵੇਲੇ ਸਾਰੇ ਪਿੰਡ 'ਚ ਮੁਸਲਮਾਨਾਂ ਦੇ ਘਰਾਂ ਨੂੰ ਛੱਡ ਕੇ ਅੱਗ ਲਾਉਣ ਤੋਂ ਪਹਿਲਾਂ ਸਾਰੀਆਂ ਜਵਾਨ ਕੁੜੀਆਂ ਨੂੰ ਬਾਹਰ ਕੱਢ ਲਿਆ ਸੀ। ਪਿਤਾ ਜੀ ਪਿੰਡ ਤੋਂ ਬਾਹਰ ਦੂਜਿਆਂ ਨੂੰ ਬਚਾਉਣ ਲਈ ਗਏ, ਵਾਪਸ ਹੀ ਨਹੀਂ ਪਰਤੇ ਅਤੇ ਹੋਰ ਕੋਈ ਸਾਰੇ ਪਿੰਡ ਵਿੱਚ ਬਚਾਉਣ ਵਾਲਾ ਨਹੀਂ ਸੀ। ਮੈਂ ਪਿੰਡ ਦੇ ਖੂਹ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਮਿਸ਼ਾਲੀ ਕਾਫਲੇ ਦੇ ਬੰਦਿਆਂ ਦੀ ਨਜ਼ਰ ਚੜ੍ਹ ਗਈ ਅਤੇ ਉਹਨਾਂ ਮੈਨੂੰ ਪਕੜ ਲਿਆ। ਇੱਕ ਬੰਦਾ ਆਪਣੇ ਘਰ ਲੈ ਗਿਆ ਅਤੇ ਕਮਰੇ 'ਚ ਬੰਦ ਕਰ ਦਿੱਤਾ। ਉਸ ਦੇ ਘਰ ਪਹੁੰਚਣ ਤੋਂ ਕੁਝ ਘੰਟੇ ਮਗਰੋਂ ਹੀ ਉਸ ਦਾ ਇੱਕ ਦੋਸਤ ਆ ਗਿਆ। ਉਸਨੇ ਮੈਨੂੰ ਲਿਆਉਣ ਵਾਲੇ ਨਾਲ ਕੁਝ ਘੁਸਰ ਮੁਸਰ ਕੀਤੀ ਅਤੇ ਉਹ ਚਲਾ ਗਿਆ। ਮੈਂ ਬੜੀ ਸਹਿਮੀ ਹੋਈ ਸਾਂ। ਕੁਝ ਮਿੰਟ ਉਹ ਮੇਰੇ ਵੱਲ ਇੱਕ ਟਕ ਲਗਾ ਕੇ ਤੱਕਦਾ ਰਿਹਾ। ਫਿਰ ਬੋਲਿਆ, ਕੀ ਨਾਮ ਹੈ ਤੇਰਾ? ਮੈਂ ਕੋਈ ਜਵਾਬ ਨਾ ਦਿੱਤਾ। ਮੈਨੂੰ ਗਲਤ ਨਾ ਸਮਝੀ, ਮੈਂ ਸਿਰਫ ਤੇਰੇ ਬਾਰੇ ਹੀ ਇਮਾਨਦਾਰੀ ਨਾਲ ਸੋਚ ਰਿਹਾ ਹਾਂ। ਵੱਡੇ ਘਰ ਦਾ ਜੰਮਪਲ ਹਾਂ, ਅੱਛੇ ਆਚਰਨ ਵਾਲਾ ਹਾਂ, ਪੱਕਾ ਮੁਸਲਮਾਨ ਹਾਂ। ਜੋ ਕੁਝ ਰਿਹਾ ਹੈ ਉਸ ਤੋਂ ਮੇਰੇ ਮਨ ਨੇ ਬੜੀ ਚੋਟ ਖਾਧੀ ਹੋਈ ਹੈ, ਪਰ ਇੱਕ ਮੈਂ ਜਾਂ ਕੁਝ ਕੁ ਬੰਦੇ ਇਸ ਬਾਰੇ ਆਵਾਮ ਦੇ ਕੋਝੇ ਕਾਰਨਾਮਿਆਂ 'ਤੇ ਠੱਲ ਨਹੀਂ ਪਾ ਸਕਦੇ। ਜਿਸ ਘਰ ਵਿੱਚ ਅੱਜ ਤੋਂ ਬੰਦ ਹੈ, ਇੱਥੋਂ ਇੱਜ਼ਤ ਬਚਾ ਕੇ ਨਿਕਲਣਾ ਨਾਮੁਮਕਿਨ ਜਿਹਾ ਹੀ ਲੱਗਦਾ ਹੈ।
ਇਹ ਉਹੋ ਜਿਹੇ ਕਟੜ ਧਰਮੀ ਨੇ ਜਿਨ੍ਹਾਂ ਨੂੰ ਧਰਮ ਦਾ ਸਹੀ ਅਰਥ ਨਾ ਹੀ ਸਮਝ ਆਇਆ ਤੇ ਨਾ ਹੀ ਆਉਣ ਦੀ ਕੋਈ ਆਸ ਕੀਤੀ ਜਾ ਸਕਦੀ ਹੈ। ਉਹ ਬੜੇ ਅਦਬ ਨਾਲ ਦੂਰ ਬੈਠਾ ਹੀ ਬੋਲਿਆ। ਮੈਨੂੰ ਉਸ ਦੀਆਂ ਗੱਲਾਂ ਨੇ ਕੋਈ ਢਾਰਸ ਪਹੁੰਚਾਈ ਤੇ ਉਹ ਚੰਗਾ ਇਨਸਾਨ ਜਾਪਿਆ। ਮੈਨੂੰ ਇੱਥੋਂ ਕਿਸੇ ਤਰ੍ਹਾਂ ਕਢਵਾ ਦਿਓ। ਆਸ ਦੀ ਕਿਰਨ ਨਜ਼ਰ ਆਉਂਦੀ ਦੇਖ ਕੇ ਮੈਂ ਉਸ ਨੂੰ ਹੌਲੀ ਜਿਹੇ ਕਿਹਾ, ਕਿੱਥੇ ਜਾਏਂਗੀ? ਇਹ ਤਾਂ ਵਾਕਈ ਮੈਂ ਸੋਚਿਆ ਹੀ ਨਹੀਂ ਸੀ। ਕਿਸੇ ਦਾ ਕੁਝ ਪਤਾ ਹੀ ਨਹੀਂ ਸੀ। ਹਾਲਾਤ ਤੱਕ ਕਿ ਇਹ ਲੱਗਦਾ ਸੀ ਕਿ ਸਾਰੇ ਹੀ ਮਰ ਮੁੱਕ ਗਏ ਹੋਣਗੇ। ਮੈਨੂੰ ਚੁੱਪ ਤੱਕ ਕੇ ਉਹ ਬੋਲਿਆ, ਇੱਥੋਂ ਨਿਕਲੀ ਤੇ ਕੋਈ ਦੂਜਾ ਬਾਹਰ ਘੇਰ ਲਵੇਗਾ। ਇਹ ਜਵਾਨੀ ਤਾਂ ਲਾਸਾਨੀ ਖੂਬਸੂਰਤੀ ਇਸ ਹਾਲਤ ਵਿੱਚ ਤੇਰੇ ਸਭ ਤੋਂ ਵੱਡੇ ਦੁਸ਼ਮਣ ਹਨ। ਮੇਰੇ ਨਾਲ ਉਸ ਦੀ ਬੜੀ ਲੰਮੀ ਗੱਲ ਹੋਈ। ਮੈਨੂੰ ਉਹ ਆਪਣਾ ਇੱਕ ਹਮਦਰਦ ਜਾਪਿਆ। ਮੇਰੀ ਭੁੱਬ ਨਿਕਲ ਗਈ। ਹਾਏ ਮਾਂ, ਮੈਂ ਕੀ ਕਰਾਂ? ਮਾਂ ਦੀ ਜਿੰਦਿਆਂ ਜਲ ਜਾਣ ਦੀ ਗੱਲ ਦੀ ਯਾਦ ਵੀ ਨਾਲ ਹੀ ਆ ਗਈ ਸੀ। ਮੇਰੇ ਨਾਲ ਨਿਕਾਹ ਕਰੇਂਗੀ? ਮੈਂ ਕੋਈ ਦਿਖਾਵਾ ਨਹੀਂ ਕਰ ਰਿਹਾ। ਮੈਂ ਕੁਆਰਾ ਹਾਂ ਅਤੇ ਕੁਰਾਨ ਸ਼ਰੀਫ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਤੇਰੇ ਸਿਵਾ ਕਿਸੇ ਦੂਸਰੀ ਔਰਤ ਨੂੰ ਆਪਣੀ ਬੀਵੀ ਨਹੀਂ ਬਣਾਵਾਂਗਾ। ਨਹੀਂ ਨਹੀਂ, ਮੈਂ ਮਰਨਾ ਚਾਹੁੰਦੀ ਹਾਂ। ਮੈਨੂੰ ਆਜ਼ਾਦ ਕਰਵਾ ਦਿਓ। ਮੈਂ ਉਸ ਨੂੰ ਬੇਨਤੀ ਕੀਤੀ। ਮੈਨੂੰ ਕੋਈ ਇਤਰਾਜ਼ ਨਹੀਂ, ਪਰ ਆਪਣੇ ਜੀਵਨ ਦਾ ਅੰਤ ਕਰਨਾ ਪਾਪ ਹੈ। ਫਿਰ ਇਸ ਨਾਲ ਕੋਈ ਆਸ਼ਾ ਪੂਰੀ ਨਹੀਂ ਹੁੰਦੀ ਤੇ ਇਸ ਵਿੱਚ ਮੈਂ ਧਰਮੀ ਇਨਸਾਨ ਹੋਣ ਕਰਕੇ ਸ਼ਰੀਕ ਨਹੀਂ ਹੋਣਾ ਚਾਹਾਂਗਾ। ਗੱਲ ਕੇਵਲ ਮੇਰੇ ਤੇ ਵਿਸ਼ਵਾਸ ਕਰਨ ਦੀ ਹੈ ਤੇ ਮੈਨੂੰ ਵੀ ਇਹ ਲੋਕ ਤੈਨੂੰ ਤਾਂ ਹੀ ਇੱਥੋਂ ਲਿਜਾਣ ਦੇਣਗੇ। ਫਿਰ ਦੂਜੇ ਰਸਤੇ ਨਾਲੋਂ ਤਾਂ ਇਹ ਕੋਈ ਮਾੜਾ ਨਹੀਂ। ਮੈਂ ਕੋਈ ਜ਼ਬਰਦਸਤੀ ਨਹੀਂ ਕਰਾਂਗਾ। ਪਰ ਮੈਨੂੰ ਦਇਆ ਨਹੀਂ, ਪ੍ਰੇਮ ਹੋਇਆ ਤੈਨੂੰ ਤੱਕ ਕੇ ਪਹਿਲੀ ਨਜ਼ਰ। ਉਹ ਆਪਣੀ ਗੱਲ ਕਹਿ ਗਿਆ ਤੇ ਮੈਨੂੰ ਵੀ ਪੂਰਨ ਯਕੀਨ ਆ ਗਿਆ ਉਸ ਉੱਤੇ। ਉਸ ਦਾ ਨਾਮ ਰਹੀਮ ਸਾਦਕ ਤੇ ਮੈਂ ਉਸ ਨਾਲ ਚਲੀ ਗਈ, ਇਸ ਵਾਅਦੇ ਤੇ ਕਿ ਪਹਿਲੇ ਉਹ ਮੇਰੇ ਘਰਦਿਆਂ ਨੂੰ ਢੂੰਡੇਗਾ। 1 ਮਹੀਨੇ ਬਾਅਦ ਕਿਸੇ ਦਾ ਕੋਈ ਪਤਾ ਨਾ ਲੱਗਾ ਤੇ ਮੇਰੀ ਪੂਰੀ ਰਜ਼ਾਮੰਦੀ ਨਾਲ ਰਹੀਮ ਨਾਲ ਮੇਰਾ ਨਿਕਾਹ ਹੋ ਗਿਆ। ਕੁਰਾਨ ਸ਼ਰੀਫ ਦੀ ਉਹ ਕਸਮ ਰਹੀਮ ਨੇ ਨਿਭਾਈ। ਮੈਨੂੰ ਆਪਣੇ ਸਮਾਜ ਉੱਤੇ ਦਿਲ ਵਿੱਚ ਪੂਰਾ ਦਰਜਾ ਤੇ ਪਿਆਰ ਦਿੱਤਾ ਤੇ ਦਵਾਇਆ। ਮੈਨੂੰ ਨਾਜ਼ ਹੈ ਉਸ ਦੇ ਧਰਮ ਤੇ ਜਿਸ ਨੇ ਰਹੀਮ ਦੇ ਮਨ ਧਰਾਤਲ ਨੂੰ ਜ਼ਿੰਦਗੀ ਦੀਆਂ ਅਸਲੀਅਤਾਂ ਨਾਲ ਸੁੰਝਿਆ ਅਤੇ ਦਿਆਵਾਨ ਹੋ ਨਰਮਲ ਕਰਮ ਦੇ ਨਾਲ ਸੱਤ ਬਚਨ ਤੇ ਅਟਲ ਰਹਿਣ ਦੀ ਪ੍ਰੇਰਨਾ ਦਿੱਤੀ। ਇੱਕ ਔਲਾਦ ਦੇ ਜੀਵਨ ਦੀਪ ਨੂੰ ਬੁਝਣੋਂ ਬਚਾਇਆ ਹੀ ਨਹੀਂ, ਉਸ ਨੂੰ ਆਪਣੇ ਮਨ ਮੰਦਰ ਦੀ ਮਲਕਾ ਬਣਾ ਸੱਬਲ ਤੇ ਸੰਜੀਵ ਕੀਤਾ। ਕੋਈ ਵੀ ਧਰਮ ਜੀਵਨ ਨੂੰ ਅਸਲ ਤਰੀਕੇ ਨਾਲ ਜੀਣ ਲਈ ਇੱਕ ਸਹੀ ਦਿਸ਼ਾ ਵੱਲ ਲਿਜਾਂਦਾ ਹੈ ਤੇ ਫਿਰ ਕੋਈ ਵੀ ਧਰਮ ਦੂਜੇ ਧਰਮ ਦੀ ਹੇਠੀ ਨਹੀਂ ਕਰਦਾ। ਮੇਰਾ ਪ੍ਰਣਾਮ ਹੈ ਉਸ ਧਰਮ ਪੰਧ ਨੂੰ ਜਿਸ ਨੇ ਮੈਨੂੰ ਆਪਣੀ ਸੇਧ ਦਿੱਤੀ। ਵੀਰ ਜੀ, ਮੇਰੀ ਹਰ ਸਾਜ਼ ਤੁਹਾਡੀ ਯਾਦ ਦਾ ਵਾਸਾ ਸਦਾ ਹੀ ਰਿਹਾ ਹੈ ਤੇ ਅਨੰਤ ਗੱਲਾਂ ਆਪਣੇ ਪਿਤਾ ਜੀ, ਮਾਂ ਤੇ ਵੀਰ ਜੀ ਦੀਆਂ ਮੈਂ ਆਪਣੇ ਰਹੀਮ ਨਾਲ ਸਾਂਝੀਆਂ ਕਰਦੀ ਹੀ ਰਹਿੰਦੀ ਹਾਂ। ਪਰ ਮਿਲਣ ਦੀ ਆਸ ਟੁੱਟ ਜਿਹੀ ਗਈ ਸੀ ਤੇ ਕਿਸੇ ਦੀ ਸਲਾਮਤੀ ਦੀ ਕਲਪਨਾ ਕਰਦਿਆਂ ਵੀ ਨਾਲ ਹੀ ਇਸ ਡਰ ਦਾ ਭੂਤ ਵੀ ਹਾਵੀ ਹੋ ਜਾਂਦਾ ਕਿ ਮੇਰੇ ਵੱਲੋਂ ਲਿਆ ਗਿਆ ਫੈਸਲਾ ਮਨ ਨੂੰ ਠੇਸ ਨਾ ਪਹੁੰਚਾਵੇ ਜਾਂ ਮੇਰੇ ਲਈ ਮੇਰੇ ਪਰਿਵਾਰ ਦੇ ਜੀਵਤ ਮੈਂਬਰਾਂ ਦੇ ਮਨ ਵਿੱਚ ਨਫ਼ਰਤ ਨਾ ਭਰੇ ਦੇਵੇ। ਮੈਂ ਤੁਹਾਡਾ ਲੇਖ ਜੀਵਨ ਦੀ ਪੜ੍ਹ ਕੇ ਮੇਰਾ ਮਨ ਖੁਸ਼ੀ ਨਾਲ ਆਪਣੇ ਵੀਰ ਦੇ ਜੀਵਤ ਹੋਣ ਦੀ ਖੁਸ਼ੀ 'ਚ ਹੀ ਮੱਚ ਨਹੀਂ ਉੱਠਿਆ, ਬਲਕਿ ਮੈਨੂੰ ਨਾਜ਼ ਹੋ ਗਿਆ ਆਪਣੇ ਵੀਰ ਜੀ ਦੀ ਵਿਸ਼ਾਲ ਅਤੇ ਅਸਲੋਂ ਸੱਤ ਹਦਾਇਤਾਂ ਤੇ। ਇਹ ਲੇਖ ਨਹੀਂ, ਮੇਰੇ ਵੀਰ ਦਾ ਜੀਵਨ ਦੀਪ ਹੈ। ਮਿਲਣ ਦੀ ਤਾਂਘ ਵਿੱਚ ਜਾਨਕੀ ਨੇ ਚਿੱਠੀ ਸਮਾਪਤ ਕੀਤੀ, ਕਹਿ ਕੇ ਪ੍ਰੋਫੈਸਰ ਬਹਿਲ ਦਾ ਮਨ ਭਰ ਆਇਆ। ਉਹਨਾਂ ਦੀ ਹੀ ਨਹੀਂ, ਮੇਰੀਆਂ ਅੱਖਾਂ 'ਚੋਂ ਵੀ ਝਨਾਹ ਵਹਿ ਰਹੀ ਸੀ। ਇੰਨੀ ਦੇਰ ਜਦੋਂ ਤੱਕ ਕੋਈ ਗੱਲਾਂ ਸੁਣਾਉਂਦੇ ਰਹੇ, ਉਹ ਤੇ ਗਵਾਚੇ ਹੀ ਹੋਏ ਸਨ। ਮੈਂ ਵੀ ਬੋਖਾ ਉਸ ਦੀ ਦੁਨੀਆ 'ਚੋਂ ਹਟ ਕੇ ਉਹਨਾਂ ਦੀ ਗੱਲ ਵਿੱਚ ਗਵਾਚਿਆ ਹੋਇਆ ਸਾਂ ਤੇ ਇਤਫਾਕਨ ਕਿਸੇ ਨੇ ਡਿਸਟਰਬ ਵੀ ਨਹੀਂ ਸੀ ਕੀਤਾ। ਮੈਂ ਅੱਖ ਚੁੱਕੀ ਤੇ ਤੱਕਿਆ। ਸ਼ੀਤਲ ਸਿੰਘ ਪਤਾ ਨਹੀਂ ਕਦੋਂ ਦਾ ਹੱਥ ਵਿੱਚ ਬਹੁਤ ਸੁੰਦਰ ਸਜਲਤ ਕੁਰਾਨ ਸ਼ਰੀਫ ਲਈ ਖੜਾ ਸੀ। ਉਸਨੇ ਕੁਰਾਨ ਸ਼ਰੀਫ ਪ੍ਰੋਫੈਸਰ ਬੇਲ ਦੇ ਹੱਥ ਦਿੱਤਾ ਤੇ ਬਾਕੀ ਬਚੇ ਕੁਝ ਪੈਸੇ ਤੇ ਪੱਤਰ ਮਿਲਣ ਤੇ ਮੈਂ ਆਪਣੀ ਲਾਡਲੀ ਭੈਣ ਨੂੰ ਫੋਨ ਮਿਲਾਇਆ ਸੀ ਤੇ ਦੋਹਾਂ ਨਾਲ ਗੱਲ ਕੀਤੀ। ਇੱਥੇ ਆਉਣ ਦੀ ਦਾਵਤ ਦਿੱਤੀ। ਉਹ 5 ਦਿਨ ਬਾਅਦ ਦੋਨੋਂ ਇੱਥੇ ਆ ਰਹੇ ਨੇ, ਆਪਣੀਆਂ 2 ਬੇਟੀਆਂ ਤੇ 2 ਬੇਟਿਆਂ ਸਮੇਤ ਮੈਨੂੰ ਮਿਲਣ। ਪ੍ਰੋਫੈਸਰ ਬੇਲ ਬੜੇ ਨਾਜ਼ ਨਾਲ ਦੱਸੀ ਜਾ ਰਹੇ ਸਨ ਤੇ ਇਹ ਕੁਰਾਨ ਸ਼ਰੀਫ ਉਸ ਫਰਿਸ਼ਤੇ ਰਹੀਮ ਸਾਦਕ ਨੂੰ ਖੁਸ਼ ਆਮਦੀਦ ਕਹਿ ਕੇ ਮੈਂ ਭੇਟ ਕਰਾਉਣਾ ਹੈ। ਕਹਿ ਕੇ ਪ੍ਰੋਫੈਸਰ ਬੇਲ ਉੱਠ ਗਿਆ। ਅੱਖਾਂ ਭਾਵੇਂ ਗਿੱਲੀਆਂ ਸਨ ਪਰ ਉਹਨਾਂ ਦਾ ਮਨ ਮੋਰ ਪੈਲਾਂ ਪਾ ਰਿਹਾ ਸੀ। ਮੈਂ ਤੱਕਿਆ। ਚਾਹ ਦੇ 2ਵੇਂ ਕੱਪ ਪਹਿਲੀ ਚੁਸਕੀ ਤੋਂ ਬਾਅਦ ਉਂਝ ਦੇ ਉਂਝ ਹੀ ਪਏ ਸਨ ਤੇ ਪਿਪੜੀ ਬਚੀ ਹੋਈ ਸੀ। ਮੈਂ ਉੱਠਿਆ ਤੇ ਪ੍ਰੋਫੈਸਰ ਬੇਲ ਨੂੰ ਵਧਾਈ ਦਿੰਦਿਆਂ ਗਲਵੱਕੜੀ ਪਾ ਲਈ ਸੀ।
ਤੇ ਲੋ ਬੇਲੀਓ ਏਸੀ ਵੰਡ ਦੀ किस्त नंबर 140